बोलो भगवान बाबा श्री चंद महाराज जी दी जय। ਅੱਜ ਅਸੀਂ ਸਾਧ ਸੰਗਤ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਦੀ ਇੱਕ ਹੋਰ ਸਾਖੀ ਦੱਸਣ ਜਾ ਰਹੇ ਹਾਂ। ਇਸ ਸਾਖੀ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਨੇ ਸੰਗਤਾਂ ਨੂੰ ਕਥਾ ਸੁਣਾਉਂਦੇ ਹੋਏ ਮਹਾਤਮਾ ਦੀ ਸ਼ਕਤੀ ਦੇ ਬਾਰੇ ਦੱਸਿਆ। ਬਾਬਾ ਸ਼੍ਰੀ ਚੰਦ ਜੀ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ। ਉਹ ਬੋਲ ਰਹੇ ਸਨ, ਮਹਾਂਪੁਰਸ਼ਾਂ ਦੀ ਸੇਵਾ ਕਰੋ, ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਪੁੰਨ ਦਾਨ ਕਰੋ, ਤੀਰਥ ਯਾਤਰਾ ਕਰੋ। ਇਸ ਤਰ੍ਹਾਂ ਕਰਨ ਨਾਲ ਜੀਵ ਕਲਿਆਣ ਵੱਲ ਵੱਧਦਾ ਹੈ, ਜੀਵ ਦਾ ਕਲਿਆਣ ਹੁੰਦਾ ਹੈ। ਮਨੁੱਖਾ ਜਨਮ ਬੜੇ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ। ਜੋ ਮਨੁੱਖ ਜਨਮ ਪਾ ਕੇ ਸ਼ੁਭ ਕਰਮ ਨਹੀਂ ਕਰਦਾ, ਉਸ ਦਾ ਸੰਸਾਰ ਉੱਤੇ ਆਉਣਾ ਨਿਸ਼ਫਲ ਹੈ। ਬੜੀ ਤਪੱਸਿਆ ਕਰਕੇ ਹੀ ਮਾਨਸ ਦੇਹ ਪ੍ਰਾਪਤ ਹੁੰਦੀ ਹੈ। ਇੱਥੋਂ ਤੱਕ ਕਿ ਦੇਵੀ ਦੇਵਤੇ ਵੀ ਮਾਨਸ ਸਰੀਰ ਪ੍ਰਾਪਤ ਕਰਕੇ ਥੋੜੀ ਜਿਹੀ ਭਗਤੀ ਕਰਕੇ ਮੁਕਤੀ ਪ੍ਰਾਪਤ ਕਰਨਾ ਚਾਹੁੰਦੇ ਹਨ। ਦੇਵੀ ਦੇਵਤੇ ਵੀ ਇੱਛਾ ਰੱਖਦੇ ਹਨ ਤਾਂ ਕਿ ਉਹਨਾਂ ਨੂੰ ਉੱਚੀ ਪਦਵੀ ਪ੍ਰਾਪਤ ਹੋ ਸਕੇ। ਜੋ ਪੁਰਸ਼ ਇਸ ਸੰਸਾਰ ਉੱਤੇ ਜਨਮ ਧਾਰ ਕੇ ਮਹਾਤਮਾ ਦੀ ਸੇਵਾ ਨਹੀਂ ਕਰਦਾ, ਉਸ ਦਾ ਜੀਵਨ ਅਸਫਲ ਰਹਿੰਦਾ ਹੈ। ਕਿਉਂਕਿ ਜਦ ਤੱਕ ਮਹਾਤਮਾ ਪ੍ਰਸੰਨ ਨਹੀਂ ਹੁੰਦੇ, ਉਹ ਸੱਚੇ ਮਨ ਤੋਂ ਆਸ਼ੀਰਵਾਦ ਨਹੀਂ ਦਿੰਦੇ, ਉਦੋਂ ਤੱਕ ਜੀਵਨ ਸਫਲ ਨਹੀਂ ਹੋ ਸਕਦਾ। ਜਦੋਂ ਮਹਾਤਮਾ ਸੱਚੇ ਮਨ ਨਾਲ ਪ੍ਰਸੰਨ ਹੋ ਕੇ ਆਸ਼ੀਰਵਾਦ ਦਿੰਦੇ ਹਨ ਤਾਂ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ। ਬਾਬਾ ਸ਼੍ਰੀ ਚੰਦ ਜੀ ਨੇ ਸੰਗਤਾਂ ਨੂੰ ਉਪਦੇਸ਼ ਦਿੰਦੇ ਹੋਏ ਇੱਕ ਕਥਾ ਸੁਣਾਉਣੀ ਸ਼ੁਰੂ ਕੀਤੀ। ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਕਿ ਇੱਕ ਪਿੰਡ ਵਿੱਚ ਇੱਕ ਬ੍ਰਾਹਮਣ ਰਹਿੰਦਾ ਸੀ। ਉਸ ਦੀ ਪਤਨੀ ਬਹੁਤ ਪਤੀ ਵਰਤਾ ਸੀ। ਉਹ ਆਪਣੇ ਪਤੀ ਦੀ ਸੇਵਾ ਤਨ ਮਨ ਤੋਂ ਕਰਦੀ ਹੁੰਦੀ ਸੀ। ਇੱਕ ਦਿਨ ਉਸ ਦੇ ਪਤੀ ਦਾ ਦੇਹਾਂਤ ਹੋ ਗਿਆ। ਬ੍ਰਾਹਮਣ ਪਤੀ ਤੋਂ ਬਾਅਦ ਉਹ ਜੀਣਾ ਨਹੀਂ ਚਾਹੁੰਦੀ ਸੀ। ਇਸ ਲਈ ਉਹ ਸਤੀ ਹੋਣ ਲਈ ਹਾਰ ਸ਼ਿੰਗਾਰ ਕਰਕੇ ਬੈਠ ਗਈ ਤਾਂ ਕਿ ਆਪਣੇ ਪਤੀ ਦੇ ਨਾਲ ਜਲ ਸਕੇ ਅਤੇ ਪਤੀ ਦੇ ਨਾਲ ਸਵਰਗ ਲੋਕ ਜਾ ਸਕੇ। ਉਹ ਆਪਣੇ ਪਤੀ ਦੀ ਦਿਨ ਰਾਤ ਸੇਵਾ ਕਰਦੀ ਹੁੰਦੀ ਸੀ। ਇਸ ਲਈ ਉਹ ਪਤੀ ਦੇ ਨਾਲ ਸਤੀ ਹੋਣ ਲਈ ਤਿਆਰ ਹੋ ਗਈ। ਜਦੋਂ ਉਸਦੇ ਪਤੀ ਦੀ ਮ੍ਰਿਤਕ ਦੇਹ ਸ਼ਮਸ਼ਾਨ ਘਾਟ ਨੂੰ ਲੋਕੀ ਲੈ ਕੇ ਜਾ ਰਹੇ ਸਨ, ਪਤਨੀ ਵੀ ਹਾਰ ਸ਼ਿੰਗਾਰ ਕਰਕੇ ਪਿੱਛੇ ਪਿੱਛੇ ਤੁਰ ਪਈ। ਜਦੋਂ ਅੱਧ ਰਸਤੇ ਪਤਨੀ ਪਹੁੰਚੀ ਤਾਂ ਰਸਤੇ ਦੇ ਕਿਨਾਰੇ ਮਹਾਤਮਾਵਾਂ ਦੀ ਕੁਟੀਆ ਸੀ। ਇੱਕ ਮਹਾਤਮਾ ਉੱਥੇ ਭਗਤੀ ਵਿੱਚ ਲੀਨ ਸੀ। ਬ੍ਰਾਹਮਣ ਦੀ ਪਤਨੀ ਨੇ ਸੋਚਿਆ ਕਿ ਮੈਂ ਤਾਂ ਹੁਣ ਸਤੀ ਹੋਣ ਜਾ ਰਹੀ ਹਾਂ, ਜਾਂਦੇ ਜਾਂਦੇ ਸੰਤਾਂ ਨੂੰ ਮੱਥਾ ਹੀ ਟੇਕ ਲਵਾਂ। ਮੇਰਾ ਜੀਵਨ ਜੋ ਕਿ ਅਗਲਾ ਜਨਮ ਹੋਵੇਗਾ ਸਫਲ ਹੋ ਜਾਵੇਗਾ। ਉਹ ਸੰਤਾਂ ਦੀ ਕੁਟੀਆ ਵਿੱਚ ਚਲੀ ਗਈ ਅਤੇ ਜਾ ਕੇ ਪ੍ਰੇਮ ਸਹਿਤ ਬੰਦਨਾ ਕੀਤੀ, ਨਮਸਕਾਰ ਕੀਤੀ। ਉਸੇ ਸਮੇਂ ਹੀ ਸੰਤਾਂ ਦੀ ਸਮਾਧੀ ਖੁੱਲ ਗਈ। ਉਸ ਦੇਵੀ ਦੇ ਸੁਹਾਗਣਾ ਵਾਲੇ ਹਾਰ ਸ਼ਿੰਗਾਰ ਕੱਪੜੇ ਦੇਖ ਕੇ ਮਹਾਤਮਾ ਦੇ ਮੂੰਹੋਂ ਸ਼ਬਦ ਨਿਕਲੇ, ਸੁਹਾਗਵਤੀ ਰਾਜੀ ਰਹੋ। ਇਹ ਸ਼ਬਦ ਸੁਣ ਕੇ ਬ੍ਰਾਹਮਣੀ ਦੇਵੀ ਬਹੁਤ ਜ਼ਿਆਦਾ ਪ੍ਰਸੰਨ ਹੋ ਗਈ ਅਤੇ ਹੱਥ ਜੋੜ ਕੇ ਕਹਿਣ ਲੱਗੀ ਕਿ ਹੇ ਮਹਾਤਮਾ ਜੀ, ਮੈਂ ਤਾਂ ਸੁਣਿਆ ਹੈ ਕਿ ਸਾਧੂ ਮਹਾਤਮਾ
ਜੋ ਸਹਿਜ ਸੁਭਾਏ ਵੀ ਬਚਨ ਕਰ ਦਿੰਦੇ ਹਨ ਉਹ ਬ੍ਰਿਥਾ ਨਹੀਂ ਜਾਂਦੇ। ਇਸ ਵਾਸਤੇ ਆਪ ਦਾ ਬਚਨ ਵੀ ਝੂਠਾ ਨਹੀਂ ਹੋ ਸਕਦਾ। ਮਗਰ ਮੇਰੇ ਪਤੀ ਦੀ ਤਾਂ ਮੌਤ ਹੋ ਚੁੱਕੀ ਹੈ, ਉਹ ਸਵਰਗਵਾਸ ਹੋ ਚੁੱਕੇ ਹਨ। ਮੈਂ ਤਾਂ ਆਪਣੇ ਪਤੀ ਨਾਲ ਸਤੀ ਹੋਣ ਜਾ ਰਹੀ ਹਾਂ, ਇਸ ਲਈ ਮੈਂ ਹਾਰ ਸ਼ਿੰਗਾਰ ਕੀਤਾ ਹੋਇਆ ਹੈ। ਮਗਰ ਤੁਸੀਂ ਮੈਨੂੰ ਤਾਂ ਸੁਹਾਗਵਤੀ ਕਹਿ ਕੇ ਆਸ਼ੀਰਵਾਦ ਦੇ ਦਿੱਤਾ ਹੈ, ਹੁਣ ਮੈਨੂੰ ਸੁਹਾਗਵਤੀ ਬਣਾਓ। ਉਸ ਬ੍ਰਾਹਮਣੀ ਦੇ ਬਚਨ ਸੁਣ ਕੇ ਸੰਤ ਡੂੰਘੀ ਵਿਚਾਰ ਵਿੱਚ ਪੈ ਗਏ ਅਤੇ ਸੋਚਣ ਲੱਗ ਪਏ, ਅਸੀਂ ਬਿਨਾਂ ਸੋਚੇ ਸਮਝੇ ਹੀ ਇਸ ਦੇਵੀ ਨੂੰ ਸੁਹਾਗਵਤੀ ਕਹਿ ਦਿੱਤਾ ਹੈ, ਹੁਣ ਕੀ ਹੋਵੇਗਾ। ਇਹ ਦੇਵੀ ਸਾਡੇ ਦਰ ਤੋਂ ਜੇਕਰ ਨਿਰਾਸ਼ ਚਲੀ ਗਈ ਤਾਂ ਲੋਕੀ ਕੀ ਕਹਿਣਗੇ। ਸਾਧੂ ਦੇ ਕੁਟੀਆ ਵਿੱਚੋਂ ਕੋਈ ਵੀ ਨਿਰਾਸ਼ ਨਹੀਂ ਜਾ ਸਕਦਾ, ਕੋਈ ਵੀ ਭਗਤ ਹੋਵੇ ਨਿਰਾਸ਼ ਨਹੀਂ ਹੋ ਸਕਦਾ। ਉਹ ਸੰਤ ਬੋਲੇ, ਹੇ ਭਗਵਾਨ ਜੀ, ਇਹ ਬਚਨ ਸਾਡੇ ਮੂੰਹੋਂ ਤੁਸੀਂ ਕਿਉਂ ਕੱਢੇ। ਇਸ ਤਰ੍ਹਾਂ ਸੰਤ ਡੂੰਘੀਆਂ ਸੋਚਾਂ ਵਿੱਚ ਪੈ ਗਏ। ਮਹਾਤਮਾ ਨੂੰ ਚਿੰਤਾ ਵਿੱਚ ਦੇਖ ਕੇ ਪ੍ਰਭੂ ਭਗਵਾਨ ਜੀ ਦੁਆਰਾ ਆਕਾਸ਼ਬਾਣੀ ਹੋਈ ਕਿ ਇਤਨਾ ਫਿਕਰ ਨਾ ਕਰੋ, ਤੁਸੀਂ ਮੇਰੇ ਤੇ ਵਿਸ਼ਵਾਸ ਕਰਦੇ ਹੋ, ਤੁਸੀਂ ਜਾਓ ਮੁਰਦੇ ਦੇ ਕੋਲ, ਉਸ ਨੂੰ ਬਾਂਹ ਫੜ ਕੇ ਉਠਾ ਲਵੋ, ਉਹ ਉੱਠ ਜਾਵੇਗਾ। ਜਦੋਂ ਇਹ ਸ਼ਬਦ ਮਹਾਤਮਾ ਨੇ ਸੁਣੇ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਆਕਾਸ਼ਬਾਣੀ ਸੁਣ ਕੇ ਉਹ ਖੁਸ਼ੀ ਵਿੱਚ ਝੂਮ ਉੱਠਿਆ, ਕਿਉਂਕਿ ਉਸ ਨੂੰ ਪਤਾ ਸੀ ਕਿ ਮੇਰਾ ਦਿੱਤਾ ਹੋਇਆ ਵਰ ਹੁਣ ਖਾਲੀ ਨਹੀਂ ਜਾਵੇਗਾ। ਉਹ ਕੁਟੀਆ ਤੋਂ ਬਾਹਰ ਨਿਕਲਿਆ ਅਤੇ ਬ੍ਰਾਹਮਣ ਦੇ ਕੋਲ ਜਾਣ ਲਈ ਤੁਰ ਪਿਆ। ਜਦੋਂ ਉਹ ਮਰੇ ਹੋਏ ਬ੍ਰਾਹਮਣ ਦੇ ਕੋਲ ਪਹੁੰਚਿਆ, ਸੰਤ ਨੇ ਕਿਹਾ ਸਾਰੇ ਲੋਕਾਂ ਨੂੰ ਕਿ ਪਿੱਛੇ ਹਟ ਜਾਵੋ। ਸਾਰੇ ਲੋਕ ਪਿੱਛੇ ਹਟ ਗਏ। ਸੰਤ ਨੇ ਉਸ ਦੀ ਬਾਹਾਂ ਫੜੀ ਅਤੇ ਕਹਿਣ ਲੱਗੇ, ਬੜੀ ਦੇਰ ਹੋ ਗਈ ਹੈ ਸੁੱਤੇ ਨੂੰ, ਉੱਠ ਕੇ ਬੈਠ ਜਾਓ ਅਤੇ ਘਰ ਨੂੰ ਜਾਓ। ਬਸ ਇਤਨਾ ਹੀ ਕਹਿਣ ਦੀ ਦੇਰ ਸੀ, ਮੁਰਦਾ ਉੱਠ ਕੇ ਬੈਠ ਗਿਆ। ਸਭ ਲੋਕ ਹੈਰਾਨ ਰਹਿ ਗਏ। ਇਰਦ ਉਰਦ ਭਾਵ ਆਸ-ਪਾਸ ਭੀੜ ਇਕੱਠੀ ਹੋ ਗਈ। ਸਭ ਲੋਕ ਨਮਸਕਾਰ ਕਰਨ ਲੱਗ ਪਏ ਸੰਤਾਂ ਨੂੰ। ਸੰਤਾਂ ਦੀ ਮਹਿਮਾ ਦੂਰ ਦੂਰ ਤੱਕ ਫੈਲ ਗਈ। ਪਿੰਡਾਂ ਦੇ ਲੋਕ ਸੰਤਾਂ ਦੇ ਦਰਸ਼ਨ ਕਰਨ ਲਈ ਆਉਣ ਲੱਗ ਪਏ। ਜਗਤ ਗੁਰੂ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ, ਮਹਾਤਮਾ ਦੇ ਮੂੰਹੋਂ ਸਹਿਜ ਸੁਭਾਏ ਨਿਕਲਿਆ ਬਚਨ ਵੀ ਖਾਲੀ ਨਹੀਂ ਜਾ ਸਕਦਾ। ਜਿਵੇਂ ਉਸ ਬ੍ਰਾਹਮਣੀ ਦੇ ਪਤੀ ਨੂੰ ਜਿੰਦਾ ਕੀਤਾ ਸੀ। ਇਸ ਲਈ ਸਾਧ ਸੰਗਤ ਜੀ, ਸਾਰਿਆਂ ਨੂੰ ਚਾਹੀਦਾ ਹੈ ਕਿ ਪੁੰਨ ਕਰੋ, ਚੰਗੇ ਕਰਮ ਕਰੋ, ਚੰਗੇ ਕਰਮ ਹੀ ਨਾਲ ਜਾਣਗੇ। ਬ੍ਰਾਹਮਣੀ ਜਿਸ ਤਰ੍ਹਾਂ ਆਪਣੇ ਪਤੀ ਦੀ ਅਤੇ ਸੰਤਾਂ ਦੀ ਸੱਚੇ ਮਨ ਤੋਂ ਸੇਵਾ ਕੀਤੀ, ਉਸ ਦਾ ਫਲ ਉਸ ਨੂੰ ਮਿਲਿਆ। ਭਾਵ ਸੁਹਾਗਵੰਤੀ ਬਣ ਗਈ ਅਤੇ ਖੁਸ਼ੀ-ਖੁਸ਼ੀ ਆਪਣੇ ਪਤੀ ਦੀ ਸੇਵਾ ਕਰਦੀ ਰਹੀ ਅਤੇ ਘਰ ਰਾਜੀ-ਬਾਜੀ ਰਹਿਣ ਲੱਗ ਪਏ। ਜੋ ਪ੍ਰਾਣੀ ਸੰਤਾਂ ਦੀ ਸੇਵਾ ਮਨ ਲਾ ਕੇ ਕਰਦਾ ਹੈ, ਉਸ ਨੂੰ 4 ਪਦਾਰਥ ਮਿਲ ਜਾਂਦੇ ਹਨ। ਸੰਤਾਂ ਦੀ ਮਹਿਮਾ ਕੋਈ ਨਹੀਂ ਜਾਣ ਸਕਦਾ। ਸੰਤਾਂ ਦੀ ਮਹਿਮਾ ਅਪਰੰਪਾਰ ਹੈ। ਸਾਧੂ ਦੇ ਵਚਨ ਨੂੰ ਭਗਵਾਨ ਵੀ ਮੋੜ ਨਹੀਂ ਸਕਦੇ। ਤਾਂ ਮਹਾਂਪੁਰਸ਼ਾਂ ਦੀ ਸੰਗਤ ਕਰਨੀ ਚਾਹੀਦੀ ਹੈ। ਸਾਰੀਆਂ ਸੰਗਤਾਂ ਬਾਬਾ ਸ਼੍ਰੀ ਚੰਦ ਜੀ ਨੂੰ ਨਮਸਕਾਰ ਕਰਕੇ ਘਰਾਂ ਨੂੰ ਚਲੀਆਂ ਗਈਆਂ। ਬਾਬਾ ਸ਼੍ਰੀ ਚੰਦ ਜੀ ਨੇ ਸੰਗਤਾਂ ਨੂੰ ਉਪਦੇਸ਼ ਦਿੰਦੇ ਹੋਏ ਕਥਾ ਦੀ ਸਮਾਪਤੀ ਕੀਤੀ। ਬੋਲੋ ਭਗਵਾਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੀ ਜੈ। ਮੇਰਾਂ ਤੇ ਸਾਈਂ ਮੇਰ ਕਰੋ, ਸੁਖ ਬਰਸਾਇਓ ਦਾਤਾ ਜੀ, ਚੜ੍ਹਦੀਆਂ ਕਲਾ ਬਖਸ਼ਿਓ ਬਾਬਾ ਸ਼੍ਰੀ ਚੰਦ ਜੀ।